D4 न्यूज़ देख रहे तमाम दोस्तों को दीपक भंडारी का नमस्कार। हमारे विशेष कार्यक्रम आपकी सेहत में आपका स्वागत है। आज हम पहुंचे हैं डॉक्टर हरजोश सिंह न्यूरो साइकेट्री सेंटर एंड हॉस्पिटल, जहां हम बात करेंगे कि कोरोना काल में कई लोगों की नौकरियां चली गई, कई लोगों के काम बंद हो गए, कई लोगों का काम कम हो गया, आर्थिक बोझ के तले दब गए, स्कूल बंद हो गए। ये तमाम चीज़ों को लेकर लोगों में नेगेटिव थॉट्स मतलब नकारात्मक विचार आने लगे हैं। ऐसी ये क्यों आने लगे हैं ये नकारात्मक विचार, और इनसे उभरने के लिए हमें क्या करना चाहिए? हमारे साथ हैं शहर के जाने माने मनोरोग विशेषज्ञ डॉक्टर हरजोश सिंह मक्कड़। इनसे बात करते हैं। सत श्री अकाल डॉक्टर साहब। सत श्री अकाल भंडारी जी, पहला बहुत धन्यवाद करदा। डॉक्टर साहब D4U चैनल ਤੁਹਾਡਾ स्वागत है डॉक्टर साहब। थैंक यू ਡਾਕਟਰ ਸਾਹਿਬ, ਕਰੋਨਾ ਕਾਲ ਪਿਛਲੇ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜੀ। ਕਰੋਨਾ ਕਾਲ ਚੱਲਦੇ ਵਿੱਚ ਥੋੜੀ ਰਿਲੀਫ ਮਿਲੀ ਸੀ ਲੋਕਾਂ ਨੂੰ, ਬਟ ਫਿਰ ਦੁਬਾਰਾ ਕਰੋਨਾ ਦੇ ਪੇਸ਼ੈਂਟ ਜਿਸ ਤਰ੍ਹਾਂ ਵੱਧ ਰਹੇ ਹੈ, ਤੇ ਸਰ ਕਿਆ ਨੈਗੇਟਿਵ ਥਾਟਸ, ਕਿਆ ਐਸੇ ਤੁਹਾਡੇ ਕੋਲ ਪੇਸ਼ੈਂਟ ਵੀ ਲੋਕਾਂ 'ਚ ਸ਼ਿਕਾਇਤ ਲੈ ਕੇ ਆਉਂਦੇ ਹੋਣ ਵੀ ਨੈਗੇਟਿਵ ਥਾਟਸ ਆ ਰਹੀਆਂ, ਤੇ ਇਹਦਾ ਰੀਜ਼ਨ ਕਿਆ ਹੈ? ਭੰਡਾਰੀ ਜੀ, ਜਿਸ ਤਰ੍ਹਾਂ ਹੁਣ ਇਹ ਕੋਵਿਡ ਦਾ ਪੈਂਡੈਮਿਕ ਕਰੀਬਨ ਹੁਣ 1.25 ਸਾਲ ਹੋ ਗਿਆ। ਕੋਵਿਡ ਦਾ ਪੈਂਡੈਮਿਕ 1 ਸਾਲ ਤੋਂ ਉੱਪਰ ਹੁਣ ਇਸ ਟਾਈਮ ਤੇ ਪੂਰੇ ਵਿਸ਼ਵ ਦੇ ਵਿੱਚ ਫੈਲਿਆ ਹੋਇਆ ਹੈ। ਇਹਦੇ ਵਿੱਚ ਬੜੇ ਕਿਸਮਾਂ ਦੀਆਂ ਲੋਕਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ। ਸਭ ਤੋਂ ਪਹਿਲੀ ਪ੍ਰੋਬਲਮ ਇਹ ਹੈਗੀ ਹੈ ਕਿ ਇਹਦੇ ਨਾਲ ਰਿਲੇਟਡ ਜਿਹੜਾ ਸਟ੍ਰੈਸ ਹੈਗਾ ਲੋਕਾਂ ਨੂੰ, ਅਨਸਰਟਨਟੀ ਹੈਗੀ ਹੈ ਕਿ ਕਿਆ ਇਹਦੇ ਵਿੱਚੋਂ ਹੁਣ ਡੈਥਸ ਇੰਨੀਆਂ ਜ਼ਿਆਦਾ ਹੋ ਰਹੀਆਂ ਜਿਸ ਤਰ੍ਹਾਂ ਅਸੀਂ ਰੀਸੈਂਟ ਟਾਈਮਸ ਦੇ ਅੰਦਰ ਸੁਣ ਰਹੇ ਹਾਂ, ਤੇ ਕਿਆ ਅਸੀਂ ਇਹਦੇ ਵਿੱਚੋਂ ਨਿਕਲ ਪਾਵਾਂਗੇ ਕਿ ਨਹੀਂ ਨਿਕਲ ਪਾਵਾਂਗੇ। ਇਹਦੀ ਅਨਸਰਟਨਟੀ ਹੈ ਔਰ ਇਸ ਦਾ ਡਰ ਤੇ ਭੈ ਜਿਹੜਾ ਲੋਕਾਂ 'ਚ ਹੈਗਾ ਇਹ ਪ੍ਰੈਜ਼ੈਂਟ ਹੈਗਾ। ਸੈਕਿੰਡ ਜਿਹੜੀ ਚੀਜ਼ ਹੈਗੀ ਹੈ ਉਹ ਹੈਗੀ ਹੈ ਆਬਸੈਸਿਵ ਕੰਪਲਸਿਵ ਡਿਸਆਰਡਰ ਦਾ ਵਧਣਾ। ਆਬਸੈਸਿਵ ਕੰਪਲਸਿਵ ਡਿਸਆਰਡਰ ਦਾ ਵਧਣ ਦੇ ਨਾਲ ਲੋਕਾਂ 'ਚ ਹੱਥ ਬਾਰ-ਬਾਰ ਧੋਣਾ ਜਾਂ ਆਪਣੇ ਆਪ ਨੂੰ ਕਲੀਨ ਕਰਨਾ ਜਾਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਜਿਹਦੇ ਨਾਲ ਇਨਫੈਕਸ਼ਨਸ ਜਿਹੜੀਆਂ ਫੈਲਦੀਆਂ ਨੇ ਉਹ ਕਈ ਵਾਰੀ ਬਹੁਤ ਜ਼ਿਆਦਾ ਹੋ ਜਾਂਦਾ। ਸੋ ਦੈਟ ਲੀਡਸ ਟੂ ਆਬਸੈਸਿਵ ਕੰਪਲਸਿਵ ਡਿਸਆਰਡਰ। ਤੀਜੀ ਚੀਜ਼ ਤੁਸੀਂ ਜਿਹੜੀ ਕਹੀ ਹੈਗੀ, ਕਿਉਂਕਿ ਕਰੀਬਨ 1 ਸਾਲ ਹੋ ਗਿਆ ਲੋਕਾਂ ਦੀਆਂ ਜੌਬਸ ਅਫੈਕਟ ਹੋਈਆਂ ਨੇ, ਲੋਕਡਾਊਨ ਲੱਗੇ ਨੇ, ਲੋਕਡਾਊਨ ਦੇ ਅੰਦਰ ਲੋਕਾਂ 'ਚ ਕਨਫਾਈਨਮੈਂਟ ਵੀ ਆਈ ਹੈਗੀ ਹੈ ਔਰ ਇਹਦੇ ਨਾਲ ਲੋਕਾਂ ਦੇ ਬਿਜ਼ਨਸ ਜਿਹੜੇ ਹੈਗੇ ਉਹ ਕਾਫੀ ਹੱਦ ਤੱਕ ਅਫੈਕਟ ਹੋਏ ਨੇ। ਸੋ ਇਹਦੇ ਨਾਲ ਰਿਲੇਟਡ ਐਂਗਜ਼ਾਈਟੀ ਔਰ ਡਿਪਰੈਸ਼ਨ ਜਿਹੜਾ ਹੈਗਾ ਲੋਕਾਂ 'ਚ ਬਹੁਤ ਕਾਮਨ ਹੈ। ਚੌਥੀ ਜਿਹੜੀ ਚੀਜ਼ ਹੈਗੀ ਹੈ ਉਹ ਇਹ ਹੈਗੀ ਹੈ ਕਿ ਜਿਨ੍ਹਾਂ ਨੂੰ ਕੋਵਿਡ ਹੋਇਆ, ਜਿਨ੍ਹਾਂ ਨੂੰ ਕਰੋਨਾ ਹੋਇਆ, ਉਹਨਾਂ ਦੇ ਅੰਦਰ ਨਿਊਰੋ ਸਾਈਕੈਟ੍ਰਿਕ ਕੰਪਲਿਕੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਕਾਫੀ ਜ਼ਿਆਦਾ ਆ ਰਹੀਆਂ ਨੇ, ਜਿਵੇਂ ਨੀਂਦ ਨਾ ਆਉਣਾ, ਹਰ ਵੇਲੇ ਘਬਰਾਹਟ ਰਹਿਣਾ, ਲੱਤਾਂ ਦੇ ਅੰਦਰ ਦਰਦਾਂ, ਕ੍ਰੋਨਿਕ ਫੈਟੀਗ ਸਿੰਡਰੋਮ ਜਿਸ ਚੀਜ਼ ਨੂੰ ਕਿਹਾ ਜਾਂਦਾ ਹੈਗਾ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਅੰਦਰ ਬਹੁਤ ਕਾਮਨਲੀ ਆ ਰਹੀਆਂ ਨੇ। ਸੋ ਇਹ ਸਾਰੇ ਚੀਜ਼ ਨੂੰ ਅਸੀਂ ਕੋਵਿਡ ਐਂਗਜ਼ਾਇਟੀ ਜਾਂ ਕੋਵਿਡ ਡਿਪਰੈਸ਼ਨ, ਜਿਹੜੀਆਂ ਕਿ ਕੋਵਿਡ ਜਾਂ ਪੈਂਡੈਮਿਕ ਦੇ ਨਾਲ ਰਿਲੇਟਡ ਹੈਗੀਆਂ, ਇਸ ਦੀ ਟਰਮ ਜਿਹੜੀ ਅਸੀਂ ਯੂਜ਼ ਕਰਦੇ ਹਾਂ ਉਹ ਇਹ ਹੈਗੀ ਹੈ। ਇਸ ਚੀਜ਼ ਨੂੰ ਵਰਲਡ ਵਾਈਡ ਰੈਕੋਗਨਾਈਜ਼ ਕੀਤਾ ਗਿਆ ਹੈ, ਇਹਨਾਂ ਪ੍ਰੋਬਲਮਸ ਨੂੰ ਵਰਲਡ ਵਾਈਡ ਰੈਕੋਗਨਾਈਜ਼ ਕੀਤਾ ਗਿਆ ਹੈ। ਈਵਨ ਅਮਰੀਕਨ ਸਾਈਕੈਟ੍ਰਿਕ ਐਸੋਸੀਏਸ਼ਨ ਦੇ ਅੰਦਰ ਇਸ ਦੀਆਂ ਕੁਝ ਹਦਾਇਤਾਂ ਵੀ ਆਈਆਂ ਨੇ ਕਿ ਨਿਊਰੋ ਸਾਈਕੈਟ੍ਰਿਕ ਕੰਪਲਿਕੇਸ਼ਨਸ ਨੂੰ ਕਿਵੇਂ ਇਹਨਾਂ ਦੀਆਂ ਹੈਂਡਲ ਜਿਹੜਾ ਹੈਗਾ ਉਹ ਕੀਤਾ ਜਾਣਾ ਚਾਹੀਦਾ ਹੈਗਾ। ਡਾਕਟਰ ਸਾਹਿਬ, ਕਿਆ ਲੋਕ ਇੱਕ ਸੈਲਫ ਔਰਾ ਕ੍ਰੀਏਟ ਕਰ ਲੈਂਦੇ ਨੇ ਵੀ ਜੇ ਮੈਨੂੰ ਇਸ ਤਰ੍ਹਾਂ ਹੋ ਗਿਆ ਤੇ ਕਿਆ ਹੋਊਗਾ? ਤੇ ਕਿਆ ਦੇਖੋ, ਬਟ ਨੈਚੁਰਲ ਹੈ, ਲੋਕਾਂ ਦਾ ਕੰਮ ਵੀ ਗਿਆ, ਉਹ ਇੱਕ ਆਪਣੇ ਆਲੇ ਦੁਆਲੇ ਔਰਾ ਕ੍ਰੀਏਟ ਕਰ ਰਹੇ ਕਿ ਮੇਰਾ ਨੁਕਸਾਨ ਹੋ ਜਾਏਗਾ ਤੇ ਫਿਊਚਰ ਨੂੰ ਲੈ ਕੇ ਚਿੰਤਿਤ ਹੈ, ਜਿਹੜੀ ਕਿ ਚੀਜ਼ ਹੋਣੀ ਹੈ ਕਿ ਨਹੀਂ ਹੋਣੀ। ਉਹ ਐਸੇ ਪੇਸ਼ੈਂਟ ਵੀ ਆ ਰਹੇ ਤੁਹਾਡੇ ਕੋਲ? ਹਾਂਜੀ ਭੰਡਾਰੀ ਸਾਹਿਬ, ਇਸ ਤਰ੍ਹਾਂ ਹੈਗਾ ਕਿ ਜਿਹੜੀ ਅਨਸਰਟਨਟੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਰਥਿਕ ਅਨਸਰਟਨਟੀ ਤੇ ਆਈ ਹੈ ਸਾਡੇ ਸਮਾਜ ਦੇ ਵਿੱਚ, ਕਿਉਂਕਿ ਇਹ ਨਹੀਂ ਪਤਾ ਕਿ ਕਿਸ ਟਾਈਮ ਤੇ ਲੋਕਡਾਊਨ ਲੱਗ ਜਾਣਾ। ਕਈ ਵਾਰੀ ਬੜੀ ਸ਼ਾਰਟ ਨੋਟਿਸ ਦੇ ਉੱਤੇ ਲੋਕਡਾਊਨ ਲਗਾ ਦਿੱਤਾ ਜਾਂਦਾ ਹੈਗਾ। ਸੋ ਉਹਦੇ ਨਾਲ ਜਿਹੜੇ ਬਿਜ਼ਨਸ ਨੇ ਬਹੁਤ ਜ਼ਿਆਦਾ ਅਫੈਕਟ ਹੋਏ ਨੇ ਔਰ ਕੋਵਿਡ ਪੈਂਡੈਮਿਕ ਦੇ ਕਰਕੇ ਵੀ ਬਿਜ਼ਨਸ ਬਹੁਤ ਜ਼ਿਆਦਾ ਅਫੈਕਟ ਹੋਏ ਨੇ। ਅਗਰ ਲੋਕਡਾਊਨ ਨਹੀਂ ਵੀ ਲੱਗ ਰਿਹਾ ਤਾਂ ਵੀ ਬਿਜ਼ਨਸ ਬਹੁਤ ਜ਼ਿਆਦਾ ਅਫੈਕਟ ਹੋ ਰਹੇ ਨੇ। ਤੀਸਰੀ ਜਿਹੜੀ ਚੀਜ਼ ਹੈਗੀ ਆ ਉਹ ਇਹ ਹੈਗੀ ਹੈ ਕਿ ਲੋਕਾਂ ਦੇ ਅੰਦਰ ਜਿਹੜੀ ਕੁਝ ਲੋਕਾਂ ਦੀ ਡੈਥ ਹੁੰਦੀ ਹੈ ਉਹ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈਗਾ ਔਰ ਕੋਵਿਡ ਨੂੰ ਲੈ ਕੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਅਜੇ, ਬਿਕੋਜ਼ ਇਟ ਇਜ਼ ਅ ਨਿਊ ਡਿਜ਼ੀਜ਼ ਐਂਡ ਇਟ ਹੈਜ਼ ਸਪਰੈਡ ਵੈਰੀ ਰੈਪਿਡਲੀ, ਬਹੁਤ ਤੇਜ਼ੀ ਨਾਲ ਇਹ ਚੀਜ਼ ਵਧੀ ਹੈਗੀ ਹੈ। ਸੋ ਇਸ ਚੀਜ਼ ਨੂੰ ਲੈ ਕੇ ਬੜੀਆਂ ਅਨਸਰਟਨਟੀਜ਼ ਆ ਰਹੀਆਂ ਨੇ। ਕੁਝ ਲੋਕ ਵੈਕਸੀਨ ਦੇ ਬਾਰੇ ਗੱਲਾਂ ਕਰ ਰਹੇ ਨੇ, ਵੈਕਸੀਨ ਨਹੀਂ ਲਗਵਾਉਣੀ ਚਾਹੀਦੀ, ਇਹਦੀਆਂ ਜੀ ਕੰਪਲਿਕੇਸ਼ਨਸ ਬਹੁਤ ਨੇ, ਜਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਅਫਵਾਹਾਂ ਸਮਝ ਲਓ ਜਿਹੜੀਆਂ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਨੇ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਅਨਸਰਟਨਟੀ ਫਿਊਚਰ ਨੂੰ ਲੈ ਕੇ ਇਹ ਬਹੁਤ ਜ਼ਿਆਦਾ ਪੈਦਾ ਕਰਦੀ ਹੈਗੀ ਹੈ ਔਰ ਕਈ ਵਾਰੀ ਯੰਗ ਬੰਦੇ ਜਿਹੜੇ ਹੈਗੇ ਆ ਉਹ ਅਫੈਕਟ ਹੁੰਦੇ ਨੇ ਤੇ ਉਹਦੇ ਤੋਂ ਲੱਗਦਾ ਹੈਗਾ ਕਿ ਕੋਵਿਡ ਜਿਹੜਾ ਹੈਗਾ ਇਹ ਸਾਰਿਆਂ ਨੂੰ ਇਫੈਕਟ ਕਰ ਸਕਦਾ। ਜਿਵੇਂ ਕੁਝ ਦੇਰ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ ਜਿਹੜੇ 올ਡ ਏਜ ਹੈਗੇ ਨੇ ਉਹਨਾਂ 'ਚ ਜ਼ਿਆਦਾ ਪ੍ਰੋਬਲਮ ਆਏਗੀ, ਪਰ ਈਵਨ ਵੀ ਹੈਵ ਸੀਨ ਸਿੰਸ ਲਾਸਟ 1 to 2 months
ਈਵਨ ਯੰਗ ਪੀਪਲ ਹੈਵ ਬੀਨ ਅਫੈਕਟਡ ਬਾਈ ਦੀ ਕੋਵਿਡ ਐਂਡ ਉਹਦੇ ਕਰਕੇ ਫਿਊਚਰ ਨੂੰ ਲੈ ਕੇ ਅਨਸਰਟਨਟੀ ਔਰ ਜਿਹੜੀਆਂ ਇਹਨਾਂ ਦੀਆਂ ਸਮਝ ਲਓ ਆਰਥਿਕ ਅਨਸਰਟਨਟੀ ਔਰ ਬਿਮਾਰੀ ਨੂੰ ਲੈ ਕੇ ਅਨਸਰਟਨਟੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਬਹੁਤ ਕਾਮਨਲੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਔਰ ਪੇਸ਼ੈਂਟਸ ਆ ਵੀ ਰਹੇ ਨੇ ਇਹਨਾਂ ਚੀਜ਼ਾਂ ਦੇ। ਡਾਕਟਰ ਸਾਹਿਬ, ਆਪਣੇ ਲਈ ਖੁਦ ਹੀ ਨੈਗੇਟਿਵ ਥਾਟਸ ਆਪਣੇ ਮਨ 'ਚ ਲਿਆਉਣੀਆਂ ਵੀ ਮੇਰੇ ਨਾਲ ਇਸ ਤਰ੍ਹਾਂ ਨਾ ਹੋ ਜਾਏ, ਇਹਦੇ ਨਾਲ ਕਿਆ ਸਟ੍ਰੈਸ ਵੀ ਬਹੁਤ ਵੱਧ ਰਿਹਾ? ਸਰ ਇਸ ਤਰ੍ਹਾਂ ਹੈ ਕਿ ਸਟ੍ਰੈਸ ਜਿਹੜਾ ਹੈਗਾ ਨੈਗੇਟਿਵ ਥਾਟਸ, ਕਿਉਂਕਿ ਮੰਨ ਲਓ ਕਿ ਮੈਨੂੰ ਇਹ ਲੱਗਦਾ ਇਹਨੂੰ ਕੋਰਿਲੇਟ ਕੀਤਾ ਜਾ ਸਕਦਾ। ਹਾਂਜੀ, ਇਹ ਕੋਰਿਲੇਸ਼ਨ ਬਿਲਕੁਲ ਇਸ ਤਰ੍ਹਾਂ ਹੀ ਹੈਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਮੰਨ ਲਓ ਕਿ ਇੱਕ ਪੇਸ਼ੈਂਟ ਹੈਗਾ ਔਰ ਉਹ ਪੇਸ਼ੈਂਟ ਨਹੀਂ ਹੈ, ਮਤਲਬ ਉਹਨੂੰ ਅਜੇ ਲੱਗ ਰਿਹਾ ਕਿ ਉਹਨੂੰ ਕੁਝ ਸਿੰਪਟਮਸ ਆ ਰਹੇ ਨੇ ਜਾਂ ਕੁਝ ਉਹਨੂੰ ਫਟੀਗੇਬਿਲਿਟੀ ਆ ਰਹੀ ਹੈ ਜਾਂ ਹੈਡੇਕ ਹੋ ਰਿਹਾ ਹੈਗਾ, ਕਿਉਂਕਿ ਇਹ ਸਾਰੇ ਸਿੰਪਟਮ ਓਵਰਲੈਪਿੰਗ ਹੁੰਦੇ ਨੇ ਬੜੀਆਂ ਡਿਸਆਰਡਰਸ ਦੇ ਨਾਲ। ਸੋ ਲੋਕ ਇਹ ਸੋਚਦੇ ਨੇ ਕਿ ਮੈਨੂੰ ਤੇ ਜੀ ਕੋਵਿਡ ਹੋ ਗਿਆ, ਹਾਲਾਂਕਿ ਕੋਵਿਡ ਟੈਸਟ ਨੈਗੇਟਿਵ ਆਂਦਾ ਹੈਗਾ, ਪਰ ਫਿਰ ਵੀ ਇਹ ਲੱਗਦਾ ਕਿ ਨਹੀਂ ਜੀ ਮੈਨੂੰ ਤਾਂ ਸਿੰਪਟੋਮੈਟੋਲੋਜੀ ਹੈਗੀ ਹੈ ਜੀ, ਮੈਂ ਪਤਾ ਨਹੀਂ ਕਿਆ ਹੋ ਜਾਣਾ ਹੈਗਾ। ਐਂਗਜ਼ਾਈਟੀ ਬਹੁਤ ਜ਼ਿਆਦਾ ਰਹਿਣ ਲੱਗ ਪਈ ਹੈ ਲੋਕਾਂ ਦੇ ਅੰਦਰ। ਲੋਕ ਇਸ ਤਰੀਕੇ ਦੇ ਨਾਲ ਵੀ ਆ ਰਹੇ ਨੇ ਕਿ ਟੈਸਟ ਉਹਨਾਂ ਦੇ ਸਾਰੇ ਨੈਗੇਟਿਵ ਨੇ, ਪਰ ਫਿਰ ਵੀ ਜਿਹੜੀ ਹੈਗੀ ਆ ਪ੍ਰੋਬਲਮ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਲੋਕਾਂ ਦੇ ਵਿੱਚ ਫੇਸ ਕਰਨ ਨੂੰ ਮਿਲ ਰਹੀਆਂ ਨੇ, ਕਾਮਨਲੀ ਮਿਲ ਰਹੀਆਂ ਨੇ। ਔਰ ਪੇਸ਼ੈਂਟਸ ਵੀ ਇਹਨਾਂ ਡਿਸਆਰਡਰਸ ਦੇ ਨਾਲ ਔਰ ਇਹਨਾਂ ਐਂਗਜ਼ਾਈਟੀਜ਼ ਦੇ ਨਾਲ ਬਹੁਤ ਜ਼ਿਆਦਾ ਇਸ ਟਾਈਮ ਤੇ ਆ ਰਹੇ ਨੇ ਸਾਡੇ। ਡਾਕਟਰ ਕੁਝ ਸੈਡ ਸਟੋਰੀਜ਼ ਲੋਕ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦੇ ਲੋਕ ਆਉਂਦੇ ਵੀ ਹੁਣ ਇੱਕ ਉਦਾਸ ਰਹਿੰਦੇ ਤੇ ਸੈਡ ਸਟੋਰੀਜ਼ ਵੱਲ ਧਿਆਨ ਬਹੁਤ ਜਾ ਰਿਹਾ ਹੈ ਕਿ ਇਹਨੂੰ ਬਾਹਰ ਨਿਕਲਣ ਵਾਸਤੇ ਸੈਡ ਸਟੋਰੀਜ਼ ਤੋਂ ਮਰੀਜ਼ ਨੂੰ ਕਿਹੜੀ ਥੈਰੇਪੀ ਲੈਣੀ ਚਾਹੀਦੀ ਹੈ? ਇਸ ਤਰ੍ਹਾਂ ਸਰ ਕਿ ਤੁਹਾਨੂੰ ਮੈਂ ਚਲੋ ਅੱਜ ਦੀ ਐਗਜ਼ਾਮਪਲ ਦੇਣਾ। ਇੱਕ ਪੇਸ਼ੈਂਟ ਹੈਗਾ ਸੀ ਜਿਹਨੂੰ ਕੋਵਿਡ ਹੋਇਆ, ਪਰ ਉਹ ਰਿਕਵਰ ਕਰ ਗਏ, ਅੱਛੇ ਤਰੀਕੇ ਰਿਕਵਰ ਕਰ ਗਏ, ਪਰ ਉਹਨਾਂ ਦੇ ਨੈਗੇਟਿਵ ਥਾਟਸ ਔਰ ਅਨਸਰਟਨਟੀਜ਼ ਔਰ ਐਂਗਜ਼ਾਈਟੀ ਜਿਹੜੀ ਹੈਗੀ ਹੈ ਉਹ ਉਹਨਾਂ ਨੂੰ ਕਾਫੀ ਸਮੇਂ ਤੋਂ, ਜਦੋਂ ਤੋਂ ਉਹਨਾਂ ਨੂੰ ਕੋਵਿਡ ਹੋਇਆ, ਉਹਨਾਂ ਨੂੰ ਰਹਿੰਦੀ ਪਈ ਸੀਗੀ। ਸੋ ਉਹਨਾਂ ਦਾ ਫੋਕਸ ਸੀਗਾ, ਉਹਨਾਂ ਨੂੰ ਲੱਗਦਾ ਸੀਗਾ ਕਿ ਮੇਰੀ ਡੈਥ ਹੋ ਜਾਣੀ ਹੈ। ਸੋ ਉਹਨਾਂ ਨੇ ਉਹਨਾਂ ਦੇ ਬੱਚੇ ਡਾਕਟਰਸ ਹੀ ਨੇ, ਤੇ ਉਹ ਮੇਰੇ ਕੋਲ ਇਸ ਤਰੀਕੇ ਨਾਲ ਆਏ ਕਿ ਜੀ ਮੈਂ ਮੇਰੀ ਡੈਥ ਹੋ ਜਾਣੀ ਹੈ, ਵਿਲ ਬਣਾ ਲਵਾਂ, ਮੈਂ ਆਪਣੇ ਬੱਚਿਆਂ ਦੀ ਪਲੈਨਿੰਗ ਕਰ ਜਾਵਾਂ, ਫਾਈਨੈਂਸ਼ੀਅਲ ਪਲੈਨਿੰਗ ਕਰਕੇ ਜਾਵਾਂ। ਹਾਲਾਂਕਿ ਹੀ ਵਾਸ ਫੁੱਲੀ ਰਿਕਵਰਡ ਐਂਡ ਹੈਲਦੀ ਐਟ ਦ ਮੋਮੈਂਟ, but still he was not able to sleep, he was having a lot of anxiety, he was having a lot of stress, he was not eating good food, ਉਹ ਖਾਣਾ ਖਾਣ ਤੋਂ ਨਾਲ ਧਿਆਨ ਨਹੀਂ ਸੀ, loss of appetite ਹੈਗਾ ਸੀਗਾ, loss of body energy, ਸਾਰਾ ਦਿਨ ਉਹ ਕਮਰੇ 'ਚ ਹੀ ਪਏ ਰਹਿੰਦੇ, ਕਮਰੇ ਤੋਂ ਬਾਹਰ ਹੀ ਨਹੀਂ ਆ ਰਹੇ ਹੈਗੇ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹ ਉਹਨਾਂ ਨੂੰ ਅਫੈਕਟ ਕਰ ਰਹੀਆਂ ਸੀਗੀਆਂ। ਸੋ ਇਹਨਾਂ ਦਾ ਅੱਜ ਇਹ ਤੁਹਾਨੂੰ ਐਗਜ਼ਾਮਪਲ ਮੈਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਸੈਡ ਸਟੋਰੀਜ਼ ਉਹ ਸੁਣ ਰਹੇ ਨੇ ਜਾਂ ਸੈਡ ਸੌਂਗ ਸੁਣ ਰਹੇ ਨੇ, ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਾਰੇ ਉਹ ਪੇਸ਼ੈਂਟ ਕਰ ਰਿਹਾ ਸੀਗਾ ਇਸ ਤਰੀਕੇ ਦੇ ਨਾਲ। ਚਲੋ ਅੱਜ ਉਹਨਾਂ ਦੀ ਜਿਸ ਤਰ੍ਹਾਂ ਕਾਉਂਸਲਿੰਗ ਕੀਤੀ, ਹੀ ਵਾਸ ਕੁਆਇਟ ਸੈਟੀਸਫਾਈਡ ਕਿ ਨਹੀਂ ਵੀ ਮੈਂ ਹੁਣ ਇੰਪਰੂਵ ਕਰ ਜਾਣਾ ਹੈ, ਮੈਂ ਵੀ ਠੀਕ ਹਾਂ, ਪੋਜ਼ਿਟਿਵਿਟੀ ਉਹਨਾਂ ਦੇ ਅੰਦਰ ਦਿੱਤੀ ਗਈ। ਸੋ ਜਿਹੜੀਆਂ ਥੈਰੇਪੀਜ਼ ਅਸੀਂ ਯੂਜ਼ ਕਰ ਰਹੇ ਹੈਗੇ ਆ ਇਹਨਾਂ ਦੇ ਅੰਦਰ ਉਹ ਹੈਗੀ ਕੋਗਨੀਟਿਵ ਬਿਹੇਵੀਅਰ ਥੈਰੇਪੀ, ਯਾਨੀ ਕਿ ਉਹਨਾਂ ਦੀ ਕੋਗਨੀਸ਼ਨ ਚੇਂਜ ਕਰਨਾ, ਯਾਨੀ ਉਹਨਾਂ ਦੇ ਸੋਚ ਤੇ ਉਹਨਾਂ ਦੇ ਵਿਚਾਰਾਂ ਨੂੰ ਚੇਂਜ ਕਰਨਾ। ਸੋ ਦਿਸ ਇਜ਼ ਕਾਲਡ ਕੋਗਨੀਟਿਵ ਬਿਹੇਵੀਅਰ ਥੈਰੇਪੀ, ਜਿਹੜੀ ਇਹਨਾਂ ਦੇ ਅੰਦਰ ਅਸੀਂ ਯੂਜ਼ ਕਰਦੇ ਹਾਂ। ਫਿਰ ਇੰਟਰਪਰਸਨਲ ਥੈਰੇਪੀਜ਼ ਹੈਗੀਆਂ ਵਾ। ਇਸ ਦੇ ਨਾਲ ਹੀ ਸਮਝ ਲਓ ਕਿ ਉਹਨਾਂ ਦੀ ਫੈਮਿਲੀ ਨੂੰ ਇੰਟੀਗ੍ਰੇਟ ਕਰਨ ਦੇ ਲਈ, ਕਿਉਂਕਿ ਦੇਖੋ ਬੜਾ ਬੰਦਾ ਆਈਸੋਲੇਟਿਡ ਰਹਿੰਦਾ, 14 ਦਿਨ ਬੰਦੇ ਨੇ ਆਈਸੋਲੇਟਿਡ ਰਹਿਣਾ, ਜ਼ਿਆਦਾ ਤੋਂ ਜ਼ਿਆਦਾ ਉਹਦਾ ਮੋਬਾਈਲ ਉਹਦੇ ਕੋਲ ਹੈ ਜਾਂ ਟੀਵੀ ਉਹਦੇ ਕੋਲ ਹੈਗਾ, ਪਰ ਬਾਕੀ ਫੈਮਿਲੀ ਤੋਂ ਜਿਹੜੇ ਹੋਮ ਆਈਸੋਲੇਸ਼ਨ 'ਚ ਵੀ ਹੈਗੇ ਨੇ ਉਹ ਲੋਕ ਆਈਸੋਲੇਟਿਡ ਰਹਿੰਦੇ ਨੇ। ਔਰ ਕਈ ਲੋਕ ਜਿਹੜੇ ਹਸਪੀਟਲਾਈਜ਼ਡ ਨੇ ਉਹ ਤਾਂ ਹੋਰ ਹੀ ਉਹਨਾਂ ਦੀ ਉੱਤੇ ਸਟ੍ਰੈਸਸ ਹੈਗੇ ਨੇ ਹਸਪੀਟਲਾਈਜ਼ ਹੋਣ ਦੀ ਵਜ੍ਹਾ ਦੇ ਨਾਲ। ਸੋ ਇਹਦੇ ਨਾਲ ਅਸੀਂ ਮੈਡੀਟੇਸ਼ਨ ਜਿਹੜੀ ਹੈਗੀ ਆ ਲੋਕਾਂ ਨੂੰ ਗਾਈਡ ਕਰ ਰਹੇ ਹਾਂ। ਹਾਂ, ਇਹ ਸਰ ਇਹ ਬੜਾ ਅਗਲਾ ਸਵਾਲ ਸੀਗਾ ਮੇਰਾ ਵੀ ਕਿੰਨੇ ਲੋਕ ਸਰ ਰੋਜ਼ ਕਾਉਂਸਲਿੰਗ ਕਰਵਾਉਣ ਆ ਰਹੇ ਹੈ ਤੇ ਕਿਆ ਇੱਕ ਧਾਰਨਾ ਬਣ ਗਈ ਵੀ ਜੇ ਅਸੀਂ ਜਾਵਾਂਗੇ ਸਾਨੂੰ ਮੈਡੀਸਿਨ ਦਿੱਤੀ ਜਾਏਗੀ ਜਾਂ ਮੈਡੀਸਿਨ ਤੋਂ ਇਲਾਵਾ ਕਾਉਂਸਲਿੰਗ ਇਹਨਾਂ ਲੋਕਾਂ ਲਈ ਕਿੰਨੀ ਫਾਇਦੇਮੰਦ ਹੋ ਰਹੀ? ਤੇ ਇਹਦੇ ਨਾਲ ਦੂਸਰਾ ਮੇਰਾ ਸਵਾਲ ਹੈ ਜਿਹੜਾ ਤੁਸੀਂ ਗੱਲ ਕੀਤੀ ਵੀ ਮੈਡੀਟੇਸ਼ਨ ਐਸੇ ਲੋਕਾਂ ਲਈ ਕਿੰਨੀ ਫਾਇਦੇਮੰਦ ਹੋ ਰਹੀ ਹੈ? ਹਾਂਜੀ, ਉਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਡੀਕੇਸ਼ਨ ਕਈਆਂ 'ਚ ਰਿਕੁਆਇਰਡ ਹੈ ਜਿਨ੍ਹਾਂ ਦੇ ਅੰਦਰ ਡਿਪਰੈਸਿਵ ਸਿੰਪਟਮਸ ਬਹੁਤ ਜ਼ਿਆਦਾ ਹੈਗੇ ਹੈ। ਕਈ ਲੋਕ ਸੁਸਾਈਡਲ ਥਾਟਸ ਦੇ ਨਾਲ ਸਾਡੇ ਕੋਲ ਪ੍ਰੈਜ਼ੈਂਟ ਕਰ ਰਹੇ ਨੇ, ਕਈ ਬਹੁਤ ਜ਼ਿਆਦਾ ਐਕਸਟ੍ਰੀਮ ਬੋਡੀ એનર્ਜੀ ਲਾਸ ਦੇ ਨਾਲ ਪ੍ਰੈਜ਼ੈਂਟ ਕਰ ਰਹੇ, ਈਜ਼ੀ ਫਟੀਗੇਬਿਲਿਟੀ ਲੋਕਾਂ 'ਚ ਆ ਰਹੀ ਹੈਗੀ ਹੈ ਔਰ ਨੀਂਦ ਨਹੀਂ ਆ ਰਹੀ ਲੋਕਾਂ ਨੂੰ, ਲਾਸ ਆਫ ਐਪੇਟਾਈਟ ਬਹੁਤ ਜ਼ਿਆਦਾ ਐਪਰੀਸ਼ੀਏਬਲ ਲਾਸ ਆਫ ਐਪੇਟਾਈਟ ਹੈਗਾ। ਸੋ ਉਹਨਾਂ ਕੇਸਿਸ ਦੇ ਅੰਦਰ ਦਵਾਈਆਂ ਜ਼ਰੂਰੀ ਨੇ, ਪਰ ਦਵਾਈਆਂ ਦੇ ਨਾਲ ਥਾਟਸ ਨੂੰ ਪੋਜ਼ਿਟਿਵ ਕਰਨ ਦੇ ਲਈ ਜਿਹੜੀਆਂ ਥੈਰੇਪੀਜ਼ ਮੈਂ ਅੱਗੇ ਕਹੀਆਂ ਨੇ ਉਹਨਾਂ ਦੇ ਨਾਲ ਅਸੀਂ ਯੋਗਾ ਉਹਨਾਂ ਨੂੰ ਰਿਕਮੈਂਡ ਕਰ ਰਹੇ ਹਾਂ, ਉਹਨਾਂ ਨੂੰ ਮੈਡੀਟੇਸ਼ਨ ਦੀਆਂ ਤਰੀਕੇ ਸਮਝਾ ਰਹੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਮੈਡੀਟੇਟ ਕਰਨਾ ਔਰ ਕਿਸ ਤਰ੍ਹਾਂ ਉਹ ਫੋਕਸ ਜਿਹੜਾ ਹੈਗਾ ਉਹਨਾਂ ਨੇ ਮੈਡੀਟੇਸ਼ਨ ਵੱਲ ਲੈ ਕੇ ਜਾਣਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਇੱਕ ਕੰਪਰੀਹੈਂਸਿਵ ਟ੍ਰੀਟਮੈਂਟ ਜਿਹੜਾ ਹੈਗਾ, ਕੰਪਰੀਹੈਂਸਿਵ ਦਾ ਮਤਲਬ ਹੈ ਹੋਲਿਸਟਿਕ ਟ੍ਰੀਟਮੈਂਟ, ਜਿਹਦੇ ਅੰਦਰ ਸਿਰਫ ਦਵਾਈ ਦੇ ਉੱਤੇ ਫੋਕਸ ਨਹੀਂ ਹੈ,
ਜਿਹਦੇ ਉੱਤੇ ਬਾਕੀ ਚੀਜ਼ਾਂ ਦੇ ਉੱਤੇ ਵੀ ਇਕੁਅਲ ਇੰਪੋਰਟੈਂਸ ਔਰ ਇਕੁਅਲ ਫੋਕਸ ਜਿਹੜਾ ਹੈਗਾ ਦਿੱਤਾ ਜਾ ਰਿਹਾ ਹੈਗਾ। ਮਤਲਬ ਲਾਈਕ ਕਾਉਂਸਲਿੰਗ ਐਂਡ ਮੈਡੀਟੇਸ਼ਨ। ਜੀ, ਉਸ ਤੋਂ ਇਲਾਵਾ ਉਹਨਾਂ ਦੀ ਡਾਈਟ ਵੱਲ ਬਹੁਤ ਧਿਆਨ ਦੇਣਾ ਹੈਗਾ, ਜਿਵੇਂ ਪ੍ਰੋਟੀਨ ਰਿਚ ਡਾਈਟ ਉਹਨਾਂ ਨੂੰ ਚਾਹੀਦੀ ਹੈ ਜਾਂ ਉਹਨਾਂ ਨੂੰ ਵਿਟਾਮਿਨਸ ਔਰ ਜਿਹੜੀ એનર્ਜੀ ਰਿਚ ਫੂਡਸ ਚਾਹੀਦੇ ਹੈਗੇ ਆ, ਉਹਨਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ। ਤੀਸਰੀ ਜਿਹੜੀ ਚੀਜ਼ ਹੈ, ਕਿਉਂਕਿ ਸਟਿਗਮਾ ਬਹੁਤ ਜ਼ਿਆਦਾ ਹੈਗਾ ਕੋਵਿਡ ਨੂੰ ਲੈ ਕੇ, ਸੋ ਜਿਹੜੇ ਰਿਕਵਰਡ ਕੇਸਿਸ ਨੇ ਉਹਨਾਂ ਨੂੰ ਫੈਮਿਲੀ ਦੇ ਅੰਦਰ ਦੁਬਾਰਾ ਇੰਟੀਗ੍ਰੇਟ ਕਰਨ ਦੇ ਲਈ, ਉਹਨਾਂ ਨੂੰ ਦੁਬਾਰਾ ਸਮਝਾਉਣ ਦੇ ਲਈ ਉਹਨਾਂ ਦੀ ਫੈਮਿਲੀ ਨੂੰ ਵੀ ਨਾਲ ਅਸੀਂ ਇਨਵੋਲਵ ਕਰ ਰਹੇ ਹਾਂ। ਔਰ ਇਸ ਦੇ ਨਾਲ ਨਾਲ ਹੀ ਅਸੀਂ ਜਿਹੜਾ ਹੈਗਾ ਪੇਸ਼ੈਂਟ ਦੀ ਗਾਈਡੈਂਸ ਜਿਹੜੀ ਆ ਉਹ 'ਤੇ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ। ਈਵਨ ਜਦੋਂ ਹੁਣ ਕੋਵਿਡ ਦੇ ਅੰਦਰ ਲੋਕਡਾਊਨ ਚੱਲਿਆ ਸੀਗਾ ਤਾਂ ਅਸੀਂ ਆਨਲਾਈਨ ਕਾਉਂਸਲਿੰਗਸ ਜਿਹੜੀਆਂ ਹੈਗੀਆਂ, ਮੇਰੇ ਕਾਉਂਸਲਰਸ ਨੇ, ਅਸੀਂ ਆਨਲਾਈਨ ਕਾਉਂਸਲਿੰਗਸ ਬਹੁਤ ਕੀਤੀਆਂ ਨੇ। ਕੁਝ ਹਸਪੀਟਲਸ ਨੇ ਸਾਡੇ ਕੋਲੋਂ ਹੈਲਪ ਮੰਗੀ ਸੀਗੀ, ਸੋ ਅਸੀਂ ਉਹਨਾਂ ਦੀ ਵੀ ਹੈਲਪ ਜਿਹੜੀ ਹੈ ਕੋਵਿਡ ਦੇ ਅੰਦਰ ਵੀ ਉਹਨਾਂ ਦੀ ਆਨਲਾਈਨ ਕਾਉਂਸਲਿੰਗਸ ਜਿਹੜੀਆਂ ਹੈਗੀਆਂ, ਵੀਡੀਓ ਕਾਨਫਰੈਂਸਿੰਗ ਦੇ ਥਰੂ, ਫੋਨ ਦੇ ਥਰੂ ਅਸੀਂ ਉਹਨਾਂ ਦੀਆਂ ਵੀ ਕਾਉਂਸਲਿੰਗਸ ਜਿਹੜੀਆਂ ਹੈਗੀਆਂ ਉਹ ਕੀਤੀਆਂ ਸੀਗੀਆਂ। ਡਾਕਟਰ ਸਾਹਿਬ, ਕੁਝ ਐਸੇ ਲੋਕ ਵੀ ਆ ਰਹੇ ਹਨ ਜਿਨ੍ਹਾਂ ਨੇ ਆਪਣੀ ਜੌਬ ਚਲੀ ਗਈ, ਜਿਨ੍ਹਾਂ ਨੇ ਬਹੁਤ ਜ਼ਿਆਦਾ ਇਕਨੋਮਿਕਲ ਜਿਹੜਾ ਕ੍ਰਾਈਸਿਸ ਝੇਲਿਆ ਹੋਵੇਗਾ, ਉਹ ਵੀ ਸਰ ਇੱਕ ਮੇਜਰ ਰੀਜ਼ਨ ਬਣ ਰਿਹਾ ਸਟ੍ਰੈਸ ਦਾ। ਐਸੇ ਲੋਕ ਵੀ ਆ ਰਹੇ ਹਨ ਤੁਹਾਡੇ ਕੋਲ ਬਹੁਤ ਜ਼ਿਆਦਾ? ਹਾਂਜੀ ਭੰਡਾਰੀ ਸਰ, ਇਸ ਤਰ੍ਹਾਂ ਹੈ ਕਿ ਜਿਹੜੇ ਇਹ ਹੁਣ ਦੇਖੋ ਜੌਬ ਦਾ ਲਾਸ ਤੇ ਹੋਇਆ, ਉਹ ਚਾਹੇ ਨੀਵਾਂ ਤਬਕਾ ਸੀਗਾ ਜਾਂ ਮਿਡਲ ਕਲਾਸ ਸੀਗੀ ਜਾਂ ਹਾਇਰ ਕਲਾਸ ਸੀਗੀ, ਇਕਨੋਮੀ ਦਾ ਜਿਹੜਾ ਸੈਟਬੈਕ ਹੈਗਾ ਉਹ ਤਾਂ ਸਾਰਿਆਂ ਨੂੰ ਲੱਗਿਆ ਹੈਗਾ। ਸੋ ਉਹੋ ਜਿਹੇ ਲੋਕੀ ਵੀ ਆ ਰਹੇ ਨੇ ਜਿਨ੍ਹਾਂ ਨੇ ਲੋਨਸ ਲੈ ਕੇ ਆਪਣੇ ਬਿਜ਼ਨਸ ਐਂਟਰਪ੍ਰੀਨਿਓਰ, ਕੁਝ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਬਿਜ਼ਨਸ ਸੈਟਅਪ ਕੀਤੇ ਸੀਗੇ, ਉਹ ਲੋਕ ਵੀ ਆ ਰਹੇ ਨੇ ਸਾਡੇ ਕੋਲ। ਔਰ ਕੁਝ ਲੋਕ ਇਸ ਤਰ੍ਹਾਂ ਵੀ ਜਿਨ੍ਹਾਂ ਦੀਆਂ ਜੌਬਸ ਤੇ ਡਿਪੈਂਡੈਂਟ ਹੈਗੇ ਸੀਗੇ, ਉਹ ਲੋਕ ਵੀ ਜਿਨ੍ਹਾਂ ਦੀਆਂ ਜੌਬਸ ਚਲੀਆਂ ਗਈਆਂ, ਉਹ ਵੀ ਕਾਫੀ ਜ਼ਿਆਦਾ ਡਿਪਰੈਸ ਨੇ। ਈਵਨ ਲੋਕਾਂ ਦੇ ਅੰਦਰ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਸੁਸਾਈਡਲ ਆਈਡੀਏਸ਼ਨ ਔਰ ਇਹ ਚੀਜ਼ਾਂ, ਡਿਪਰੈਸ਼ਨ, ਐਕਸਟ੍ਰੀਮ ਡਿਪਰੈਸ਼ਨ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਆ ਰਿਹਾ। ਹੁਣ ਸਾਨੂੰ ਇਸ ਚੀਜ਼ ਦੀ ਲੋੜ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਹੁਣ ਇਸ ਟਾਈਮ ਦੇ ਉੱਤੇ ਮੇਜਰ ਫੋਕਸ ਤੇ ਰੱਖੀਏ, ਕਿਉਂਕਿ ਆਉਣ ਵਾਲੇ ਟਾਈਮ ਦੇ ਅੰਦਰ, ਕਿਉਂਕਿ ਦੇयर ਇਜ਼ ਅ ਮੇਜਰ ਸੈਟਬੈਕ ਐਂਡ ਇਟ ਇਜ਼, ਜਿਹੜੇ ਸਰਕਾਰੀ ਅੰਕੜੇ ਨੇ ਉਹ ਕਹਿੰਦੇ ਕਿ 2 ਮਿਲੀਅਨ ਲੋਕਾਂ ਦੀਆਂ ਜਿਹੜੀਆਂ ਜੌਬਸ ਹੈਗੀਆਂ ਉਹ ਗਈਆਂ ਨੇ। ਸੋ ਇਟ ਇਜ਼ ਅ ਵੈਰੀ ਬਿਗ ਚੰਕ। ਔਰ ਇਹ ਲੋਕ ਇਹਨਾਂ ਦੀਆਂ ਫੈਮਲੀਜ਼ ਜਿਹੜੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਇਹਨਾਂ ਲੋਕਾਂ 'ਤੇ ਡਿਪੈਂਡੈਂਟ ਹੈਗੀਆਂ ਸੀਗੀਆਂ। ਸੋ ਫੈਮਲੀਜ਼ ਜਿਹੜੀਆਂ ਪੂਰੀਆਂ ਦੀਆਂ ਪੂਰੀਆਂ ਕਈ ਅਫੈਕਟ ਹੋਈਆਂ ਨੇ। ਅੱਛਾ, ਇਹਦੇ ਨਾਲ ਇੱਕ ਮੇਰਾ ਸਵਾਲ ਹੈ, ਦੇਖੋ, ਇੱਕ ਤਾਂ ਉਹ ਲੋਕ ਹੋ ਗਏ ਜਿਨ੍ਹਾਂ ਦੀ ਜੌਬ ਚਲੀ ਗਈ, ਇਕਨੋਮਿਕ ਕ੍ਰਾਈਸਿਸ ਆ ਗਿਆ। ਇੱਕ ਲੋਕ ਉਹ ਨੇ ਜਿਨ੍ਹਾਂ ਦੇ, ਮੰਨ ਲਓ ਮੇਰੇ ਕਿਸੇ ਸਬੋਰਡੀਨੇਟ ਦੀ ਜੌਬ ਗਈ ਹੈ, ਮੈਨੂੰ ਵੀ ਡਰ ਲੱਗਣ ਲੱਗ ਗਿਆ ਕਿਤੇ ਮੇਰੀ ਜੌਬ ਨਾ ਚਲੀ ਜਾਏ। ਸੈਕਿੰਡ, ਥਰਡ ਉਹ ਲੋਕ ਨੇ ਜਿਹੜੇ ਸੀਗੇ ਯੰਗ ਜਨਰੇਸ਼ਨ, ਜਿਨ੍ਹਾਂ ਨੇ ਆਪਣਾ ਕੋਈ ਨਾ ਕੋਈ ਗ੍ਰੈਜੂਏਸ਼ਨ ਖਤਮ ਕਰ ਲਈ ਜਾਂ ਆਪਣਾ ਕੋਈ ਕੋਰਸ ਖਤਮ ਕਰ ਲਿਆ, ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਹੁਣ ਮੈਂ ਇਸ ਤੋਂ ਬਾਅਦ ਜੌਬ ਤੇ ਲੱਗਾਂਗਾ, ਤੇ ਜੌਬ ਕਿਉਂਕਿ ਪਹਿਲੇ ਹੀ ਜਾ ਰਹੀਆਂ ਨੇ ਤੇ ਹੁਣ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਸਾਨੂੰ ਹੁਣ ਕਿਤੇ ਜੌਬ ਮਿਲਣੀ ਹੀ ਨਹੀਂ। ਇਹਦੇ ਬਾਰੇ ਤੁਸੀਂ ਥੋੜਾ ਦੱਸ ਦਿਓ। ਸੋ ਭੰਡਾਰੀ ਸਾਹਿਬ, ਇਸ ਤਰ੍ਹਾਂ ਹੈਗਾ ਕਿ ਜਿਹੜੀ ਇਹ ਤੁਸੀਂ ਗੱਲ ਕਹਿ ਰਹੇ ਹੋ ਕਿਸੇ ਨਾ ਕਿਸੇ ਹੱਦ ਤੱਕ ਬਿਲਕੁਲ ਸਹੀ ਹੈ। ਅਨਸਰਟਨਟੀ, ਫਾਈਨੈਂਸ਼ੀਅਲ ਅਨਸਰਟਨਟੀ ਜਾਂ ਜੌਬਸ ਨੂੰ ਲੈ ਕੇ ਅਨਸਰਟਨਟੀ ਕਾਫੀ ਜ਼ਿਆਦਾ ਹੈ। ਬਿਜ਼ਨਸ ਨੂੰ ਲੈ ਕੇ ਅਨਸਰਟਨਟੀ ਬਹੁਤ ਜ਼ਿਆਦਾ ਹੈ। ਪੀਪਲ ਆਰ ਨਾਟ ਮੇਕਿੰਗ ਨਿਊ ਇਨਵੈਸਟਮੈਂਟਸ, ਪੀਪਲ ਆਰ ਨਾਟ ਇਨਵੈਸਟਿੰਗ ਇਨ ਨਿਊ ਬਿਜ਼ਨਸਿਸ ਬਿਕੋਜ਼ ਆਫ ਦਿਸ ਅਨਸਰਟਨਟੀ ਕਿ ਕਿਆ ਹੋ ਜਾਣਾ ਹੈਗਾ। ਇੱਕ ਤੇ ਇਹੀ ਸਭ ਤੋਂ ਵੱਡੀ ਅਨਸਰਟਨਟੀ ਹੈ ਕਿ ਬਿਮਾਰੀ ਦੇ ਨਾਲ ਕੌਣ ਬਚੇਗਾ, ਕੌਣ ਨਹੀਂ ਬਚੇਗਾ। ਸੋ ਇਟ ਇਜ਼ ਵਨ ਬਿਗ ਅਨਸਰਟਨਟੀ। ਇਹਦੇ ਨਾਲ ਨਾਲ ਹੋਰ ਕਿਸਮ ਦੀਆਂ ਅਨਸਰਟਨਟੀਜ਼ ਜਿਸ ਤਰ੍ਹਾਂ ਤੁਸੀਂ ਦੱਸੀਆਂ ਹੈਗੀਆਂ ਕਿ ਕਿਸੇ ਹੋਰ ਦੀ ਜੌਬ ਚਲੀ ਗਈ ਤਾਂ ਕਿਆ ਆਉਣ ਵਾਲੇ ਟਾਈਮ 'ਚ ਮੇਰੀ ਵੀ ਚਲੀ ਜਾਏਗੀ। ਹੁਣ ਕਈ ਜਗ੍ਹਾ ਦੇ ਉੱਪਰ, ਫੋਰ ਐਗਜ਼ਾਮਪਲ ਮਹਾਰਾਸ਼ਟਰ ਦੇ ਅੰਦਰ, ਦਿੱਲੀ ਦੇ ਅੰਦਰ ਫਿਰ ਦੁਬਾਰਾ ਤੋਂ ਲੋਕਡਾਊਨ ਲੱਗ ਗਿਆ। ਸੋ ਇਟ ਇਜ਼ ਐਨ ਇਕਨੋਮਿਕ ਕ੍ਰਾਈਸਿਸ ਫॉर ਦੀ ਬਿਗ ਕੰਪਨੀਜ਼। ਪੰਜਾਬ ਵੀ ਉਸ ਮੁਹਾਨੇ ਤੇ ਖੜਿਆ, ਆਕਸੀਜਨ ਮਿਲ ਨਹੀਂ ਰਹੀ, ਲੋਕਾਂ ਦੀ ਡੈਥ ਹੋ ਗਈ 6 ਲੋਕਾਂ ਦੀ। ਹਾਂਜੀ, ਸੋ ਕਰੀਬਨ ਇਹੀ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਇੱਕ ਲਾਈਫਸਟਾਈਲ ਚੱਲ ਰਿਹਾ ਸੀਗਾ ਉਹਨਾਂ ਨੂੰ ਬਹੁਤ ਧੱਕਾ ਲੱਗਿਆ। ਸੋ ਇਸ ਧੱਕੇ ਦੇ ਕਰਕੇ ਲੋਕਾਂ 'ਚ ਅਨਸਰਟਨਟੀ ਆ ਗਈ। ਕਈ ਲੋਕ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਆਪਣੇ ਬਿਜ਼ਨਸ ਸੈਲ ਆਊਟ ਕੀਤੇ ਨੇ, ਜਿਨ੍ਹਾਂ ਨੇ, ਮੇਰਾ ਇੱਕ ਪੇਸ਼ੈਂਟ ਸੀਗਾ, ਉਹ ਇੰਨਾ ਜ਼ਿਆਦਾ ਡਿਪਰੈਸਡ ਹੋ ਗਿਆ ਸੀਗਾ ਕਿ ਉਹ ਐਲਕੋਹਲ ਬਹੁਤ ਜ਼ਿਆਦਾ ਲੈਣ ਲੱਗ ਪਿਆ ਸੀਗਾ ਬਿਕੋਜ਼ ਫ੍ਰੀ ਸੀਗਾ, ਕੋਈ ਜੌਬ ਤੇ ਜਾ ਨਹੀਂ ਰਿਹਾ। ਉਸਨੇ ਆਪਣੀ ਜੱਦੀ ਪ੍ਰਾਪਰਟੀ ਨੂੰ ਸੈਲ ਕਰਕੇ ਆਪਣੇ ਬੱਚੇ ਨੂੰ ਇੱਥੋਂ ਬਾਹਰ ਭੇਜਿਆ ਸਟੱਡੀ ਵੀਜ਼ਾ ਦੇ ਉੱਤੇ। ਹਾਲਾਂਕਿ ਅਗਰ ਉਹਦੀ ਜੌਬ ਚੱਲ ਰਹੀ ਹੁੰਦੀ ਤਾਂ ਇਟ ਵੁੱਡ ਹੈਵ ਬੀਨ ਪੋਸੀਬਲ ਵਿਦ ਹਿਸ ਜੌਬ ਓਨਲੀ। ਅੱਛਾ ਸਰ, ਇੱਕ ਜਿਹੜਾ ਸਰ ਇੱਕ ਨਵੀਂ ਚੀਜ਼ ਸਾਹਮਣੇ ਆ ਰਹੀ ਹੈ ਕਿ ਜੀ ਇੰਟੈਂਸ਼ਨਲ ਫੋਰਗੇਟਿੰਗ। ਮੈਂ ਚਾਹਾਂਗਾ ਸਰ, ਇੱਕ ਤੁਸੀਂ ਇਹ ਦੱਸੋ ਵੀ ਇਹ ਹੈ ਕਿਆ, ਔਰ ਇਹ ਮਤਲਬ ਇਹਦਾ ਫਿਰ ਇਲਾਜ ਕੀ ਹੈ? ਇਸ ਤਰ੍ਹਾਂ ਹੈ ਕਿ ਜਿਹੜੀ ਇਹ ਫੋਰਗੇਟਿੰਗ ਹੈਗੀ ਹੈ, ਇਹਨਾਂ ਨੂੰ ਅਸੀਂ ਸਰਕਮਸਕ੍ਰਾਈਬਡ ਡਿਮੈਂਸ਼ੀਆ ਜਾਂ ਸਰਕਮਸਕ੍ਰਾਈਬਡ ਏਮੈਂਸ਼ੀਆ ਵੀ ਕਹਿੰਦੇ ਹਾਂ। ਤੇ ਸਰ ਜੇ ਸਿੰਪਲ ਲੈਂਗੁਏਜ 'ਚ ਸਮਝਾਉਣਾ ਹੋਏ ਤੇ ਇਸ ਤਰ੍ਹਾਂ ਹੈ ਕਿ ਕੁਝ ਚੀਜ਼ ਦੀ ਜਿਹੜੀ ਮੈਮਰੀ ਹੈਗੀ ਹੈ ਉਸ ਦਾ ਲਾਸ ਹੋ ਜਾਂਦਾ। ਜਿਵੇਂ ਫੋਰ ਐਗਜ਼ਾਮਪਲ ਕਿ ਕੋਈ ਬੰਦੇ ਨੂੰ ਆਪਾਂ ਮਿਲੇ, ਉਸ ਦਾ ਨਾਮ ਕੀ ਸੀਗਾ ਉਹ ਭੁੱਲ ਗਏ, ਕੀ ਕੰਮ ਕੀਤਾ ਸੀਗਾ ਉਹ ਭੁੱਲ ਗਏ। ਸੋ ਦਿਸ ਇਜ਼ ਸਰਕਮਸਕ੍ਰਾਈਬਡ ਏਮੈਂਸ਼ੀਆ।
ਸੋ ਇਹਦੇ ਅੰਦਰ ਕਿਆ ਹੈਗਾ ਕਿ ਇਹਦੇ ਕਾਜ਼ ਆਇਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ। ਕਈ ਲੋਕਾਂ ਦੇ ਅੰਦਰ ਫੋਰ ਐਗਜ਼ਾਮਪਲ ਜਿਹੜੇ ਡਰੱਗਸ ਲੈ ਰਹੇ ਨੇ, ਜਿਹੜੇ ਨੀਂਦ ਦੀਆਂ ਗੋਲੀਆਂ ਅਬਿਊਜ਼ ਕਰਦੇ ਨੇ, ਉਹਨਾਂ ਲੋਕਾਂ ਦੇ ਅੰਦਰ ਇਹ ਚੀਜ਼ਾਂ ਬਹੁਤ ਕਾਮਨ ਨੇ। ਪਲੱਸ ਕੁਝ ਹੋਰ ਲੋਕ ਜਿਹੜੇ ਸਟ੍ਰੈਸ 'ਚ ਰਹਿ ਰਹੇ ਨੇ, ਉਹਨਾਂ ਦੇ ਅੰਦਰ ਇਹ ਚੀਜ਼ਾਂ ਬਹੁਤ ਕਾਮਨ ਨੇ। ਸੋ ਕੋਈ ਗੱਲ ਕਹੀ, ਕਿਤੇ ਗਏ, ਕਿਤੇ ਛੋਟੀਆਂ ਜਿਹੀਆਂ ਚੀਜ਼ਾਂ, ਜਿਸ ਤਰ੍ਹਾਂ ਕਿਸੇ ਨੂੰ ਕਿਹਾ ਕਿ ਹਾਂਜੀ ਮੈਂ ਇੱਥੋਂ ਸਮਾਨ ਲੈਣ ਗਿਆ ਸੀਗਾ, ਉੱਥੇ ਜਾ ਕੇ ਇਹ ਭੁੱਲ ਗਿਆ ਕਿ ਕੀ ਕਰਨ ਆਇਆ ਸੀ ਮੈਂ ਇੱਥੇ, ਜਾਂ ਕੋਈ ਇਨਸੀਡੈਂਟ ਹੋਇਆ, ਉਹ ਇਨਸੀਡੈਂਟ ਸਟ੍ਰੈਸਫੁਲ ਸੀਗਾ ਤੇ ਉਹ ਇਨਸੀਡੈਂਟ ਬਾਰੇ ਹੀ ਟੋਟਲ ਮੈਮਰੀ ਵਾਸ਼ ਆਊਟ ਹੋ ਗਈ। ਸੋ ਦਿਸ ਸਰਕਮਸਕ੍ਰਾਈਬਡ ਡਿਮੈਂਸ਼ੀਆ ਇਜ਼ becoming very common, particularly in cases who have experienced COVID symptoms। ਉਹਨਾਂ ਦੇ ਅੰਦਰ ਇਹ ਚੀਜ਼ਾਂ ਬਹੁਤ ਕਾਮਨ ਹੈਗੀਆਂ ਨੇ, ਔਰ ਉਹ ਲੋਕ ਜਿਹੜੇ ਹੈਗੇ ਨੇ ਉਹ ਕਾਫੀ ਸਾਡੇ ਕੋਲ ਇਸ ਚੀਜ਼ ਦੇ ਲਈ ਆ ਰਹੇ ਨੇ। ਸੋ ਇਹਦਾ ਬੇਸਿਕ ਜਿਹੜਾ ਰੂਟ ਕਾਜ਼ ਹੁੰਦਾ ਹੈ ਉਹ ਹੁੰਦਾ ਸਟ੍ਰੈਸ। ਸੋ ਸਟ੍ਰੈਸ ਨੂੰ ਅਗਰ ਆਪਾਂ ਕਰੈਕਟ ਕਰਦੇ ਹਾਂ, ਇਹ ਚੀਜ਼ ਆਟੋਮੈਟਿਕਲੀ ਕਰੈਕਟ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਜੇ ਅਸੀਂ ਇੱਕ ਥੋੜ੍ਹਾ ਜਿਹਾ ਦੱਸ ਦਿਓ ਵੀ ਜਿਹੜੇ ਪੇਸ਼ੈਂਟ ਤੁਹਾਡੇ ਕੋਲ ਕਾਫੀ ਮਤਲਬ ਮਲਟੀਪਲ ਪੇਸ਼ੈਂਟਸ ਤੁਹਾਡੇ ਕੋਲ ਆ ਰਹੇ, ਜੌਬ ਚਲੇ ਗਈਆਂ, ਕੋਈ ਨੈਗੇਟਿਵ ਥਾਟਸ ਹੈ, ਇੱਕ ਕਾਉਂਸਲਿੰਗ ਐਂਡ ਮੈਡੀਟੇਸ਼ਨ, ਇਹ ਕਿੰਨੇ ਪਰਸੈਂਟ ਪੇਸ਼ੈਂਟਸ ਦੇ ਵਿੱਚ ਇਫੈਕਟਿਵ ਹੈ? ਦੇਖੋ ਇਸ ਤਰ੍ਹਾਂ ਹੈ ਕਿ ਮੈਡੀਟੇਸ਼ਨ, ਕਾਉਂਸਲਿੰਗ ਔਰ ਦਵਾਈ, ਮੈਡੀਸਿਨ, ਇਹ ਤਿੰਨੇ ਹੀ ਪੈਰਲਲ ਚੱਲਦੀਆਂ ਨੇ। ਤਿੰਨਾਂ ਦਾ ਕੰਬੀਨੇਸ਼ਨ ਹੈ। ਤਿੰਨਾਂ ਦਾ ਕੰਬੀਨੇਸ਼ਨ ਜਿਹੜਾ ਹੈਗਾ ਹੈ ਉਹ ਵਰਲਡ ਵਾਈਡ ਜਿੱਥੇ ਵੀ ਰਿਸਰਚਸ ਹੋਈਆਂ ਨੇ ਉੱਥੇ ਪਾਇਆ ਗਿਆ ਹੈ ਕਿ ਤਿੰਨਾਂ ਜਦੋਂ ਅਸੀਂ ਇਕੱਠਾ ਦਿੰਨੇ ਆ, ਉਹਦੇ ਬੈਸਟ ਰਿਜ਼ਲਟਸ ਜਿਹੜੇ ਹੈਗੇ ਨੇ, ਜਿਨ੍ਹਾਂ ਨੂੰ ਅਸੀਂ ਸੁਪਰਾ ਐਡੀਟਿਵ, ਯਾਨੀ ਕਿ ਇੱਕ ਚੀਜ਼ ਗਿਵਨ ਅਲੋਨ ਤੋਂ ਬਹੁਤ ਜ਼ਿਆਦਾ ਉਹਦੇ ਅੱਛੇ ਰਿਜ਼ਲਟਸ ਆਉਂਦੇ ਨੇ। ਸੋ ਅਸੀਂ ਵੀ ਆਪਣੇ ਸੈਂਟਰ ਦੇ ਅੰਦਰ ਟਰਾਈ ਕਰ ਰਹੇ ਹਾਂ ਕਿ ਜਿਹੜੇ, ਕਿਉਂਕਿ ਮੇਰੇ ਕੋਲ ਇੱਕ ਟੀਮ ਆਫ ਡਾਕਟਰਸ ਹੈਗੀ ਹੈ, ਮੇਰੇ ਕੋਲ ਸਾਈਕੋਲੋਜਿਸਟ ਹੈਗੇ ਨੇ, ਸੋਸ਼ਲ ਵਰਕਰ ਹੈਗੇ ਨੇ, ਰੀਹੈਬ ਸਪੈਸ਼ਲਿਸਟ ਹੈਗੇ ਨੇ, ਵੂਮਨ ਵੈਲਫੇਅਰ ਵਾਸਤੇ ਡਾਕਟਰ ਦਰਪਨ ਬਾਂਸਲ ਇੱਥੇ ਮੌਜੂਦ ਨੇ। ਸੋ ਇਹਨਾਂ ਚੀਜ਼ਾਂ ਦੀ ਅਸੀਂ ਇੰਟੀਗ੍ਰੇਟਿਵ ਥੈਰੇਪੀ ਜਾਂ ਹੋਲਿਸਟਿਕ ਥੈਰੇਪੀ ਜਿਹੜੀ ਹੈਗੀ ਆ ਉਹ ਅਸੀਂ ਆਪਣੇ ਪੇਸ਼ੈਂਟਸ ਨੂੰ ਦੇ ਰਹੇ ਹਾਂ, ਔਰ ਉਹਦੇ ਨਾਲ ਬੜੇ ਅੱਛੇ ਰਿਜ਼ਲਟਸ ਜਿਹੜੇ ਹੈਗੇ ਆ ਉਹ ਸਾਨੂੰ ਮਿਲ ਰਹੇ ਨੇ ਪੇਸ਼ੈਂਟਸ ਦੇ ਅੰਦਰ। ਡਾਕਟਰ ਸਾਹਿਬ, ਇਹਦੇ ਲਈ ਤੁਸੀਂ ਖਾਸ ਕੁਝ ਮੈਸੇਜ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ? ਪੈਂਡੈਮਿਕ ਟਾਈਮ ਜਿਹੜਾ ਹੈਗਾ ਪਿਛਲੇ ਕਰੀਬਨ 1.25 ਸਾਲ ਤੋਂ ਸਭ ਦੇ ਵਾਸਤੇ ਬਹੁਤ ਟੈਸਟਿੰਗ ਟਾਈਮ ਹੈਗਾ। ਮੈਂ ਇਹ ਸਭ ਨੂੰ ਗੁਜ਼ਾਰਿਸ਼ ਕਰਦਾ ਕਿ ਸਾਰੇ ਜਣੇ ਆਪਣਾ ਮੋਰਾਲ ਆਪ ਰੱਖੋ, ਅਫਵਾਹਾਂ ਨੂੰ ਨਾ ਸੁਣੋ। ਜਿਹੜੀਆਂ ਸਰਕਾਰੀ ਗਾਈਡਲਾਈਨਸ ਜਾਂ ਗਵਰਨਮੈਂਟ ਦੀਆਂ ਗਾਈਡਲਾਈਨਸ ਜਿਹੜੀਆਂ ਟਾਈਮ ਟੂ ਟਾਈਮ ਆਉਂਦੀਆਂ ਨੇ, ਪਲੀਜ਼ ਉਹਨਾਂ ਨੂੰ ਫੋਲੋ ਕਰੋ। ਜੋ ਹਿਦਾਇਤਾਂ ਮਿਲਦੀਆਂ ਨੇ ਉਹਨਾਂ ਨੂੰ ਪਲੀਜ਼ ਰਿਕੁਐਸਟ ਹੈ ਫੋਲੋ ਕਰੋ, ਔਰ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਗਲਤ ਅਫਵਾਹਾਂ ਆ ਰਹੀਆਂ ਨੇ ਉਹਨਾਂ ਵੱਲ ਪਲੀਜ਼ ਧਿਆਨ ਨਾ ਦਿਓ। ਅਸੀਂ ਸਾਰੇ ਇਸ ਪੈਂਡੈਮਿਕ ਦੇ ਵਿੱਚੋਂ ਦੀ ਵਿਕਟੋਰੀਅਸ ਨਿਕਲਾਂਗੇ। ਮੈਂ ਆਸ ਕਰਦਾ ਕਿ ਵਾਹਿਗੁਰੂ ਪਰਮਾਤਮਾ ਗੋਡ ਸਾਡੀ ਬਹੁਤ ਹੈਲਪ ਕਰਨਗੇ ਔਰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਦੀ ਅਸੀਂ ਨਿਕਲ ਆਵਾਂਗੇ। ਪਰ ਅਫਵਾਹਾਂ ਵੱਲ ਔਰ ਇਹਨਾਂ ਚੀਜ਼ਾਂ ਵੱਲ ਪਲੀਜ਼ ਨਾ ਧਿਆਨ, ਮਤਲਬ ਮੋਰਓਵਰ ਨੈਗੇਟਿਵ ਥਾਟਸ ਆਣ ਜਾਂ ਸਟ੍ਰੈਸ ਹੋ ਤੇ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਜੀ। ਔਰ ਅਗਰ ਨੈਗੇਟਿਵ ਥਾਟਸ ਆਉਂਦੀਆਂ, ਕਿਸੇ ਕੁਆਲੀਫਾਈਡ ਡਾਕਟਰ ਨੂੰ ਪਲੀਜ਼ ਜ਼ਰੂਰ ਮਿਲੋ ਔਰ ਉਹਨਾਂ ਨੂੰ अपनी प्रॉब्लम ਨੂੰ डिस्कस करो ताकि ये प्रॉब्लम्स ਤੁਹਾਡੀਆਂ ईजिली सॉल्व कीतियां जा सकें। धन्यवाद हमारे साथ बात करने के लिए। ये थे डॉक्टर हरजोश सिंह मक्कड़, शहर के जाने माने साइकेट्रिस्ट हैं, मनोरोग विशेषज्ञ हैं, लंबा इनका एक्सपीरियंस है। इनका कहना है कि स्वाभाविक है, कई लोगों ने अपनी जॉब खो दी है, कईयों का काम ख़त्म हो गया है, कईयों को अपना काम बंद करना पड़ा है, नेगेटिव थॉट्स आ रही हैं, कई लोगों ने आत्महत्या तक जाने की भी कोशिश की है। इनका एक ही, सब लोगों को एक ही संदेश है कि इस तरफ ध्यान ना दें, खुद को अपने आसपास इस तरह की ऑरा क्रिएट ना कर लें कि आपको सिर्फ नेगेटिव थॉट्स ही आएँ। मेडिटेशन करें, योगा करें और ज़रूरत पड़े तो अपने डॉक्टर से संपर्क करें। हमारी भी अपने चैनल के माध्यम से अपने दर्शकों को गुजारिश है कि ये पैंडमिक सदा के लिए तो है नहीं, एक ना एक दिन ये कोरोना जाएगा और फिर हम पहले की तरह ही काम कर सकेंगे। अमृतसर से D4 न्यूज़ के लिए दीपक भंडारी की खास रिपोर्ट।